ਸਵਾਗਤ ਜੀ ਤੁਹਾਡਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਇਸ ਖਾਸ ਪ੍ਰੋਗਰਾਮ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮਿਨਿਸਟਰ ਟੀਵੀ। ਗੱਲ ਇਹ ਆ ਕਿ ਵੀ ਕੈਨੇਡੀਅਨ ਸਰਕਾਰ ਨੇ ਆਪਣੇ ਜਿਹੜੇ ਨਵੇਂ ਟਾਰਗੇਟ ਹਰੇਕ ਸਾਲ ਅਨਾਉਂਸ ਕਰਨੇ ਹੁੰਦੇ ਆ। ਐਤਕੀ 2022 ਦੇ ਵਿੱਚ ਉਹ ਅਨਾਉਂਸਮੈਂਟ ਕੀਤੀ ਆ ਤੇ ਜਿਵੇਂ ਦੀ ਆਸ ਸੀਗੀ ਉਹਦੇ ਤੋਂ ਕੁਝ ਵੱਖਰਾ ਸਾਹਮਣੇ ਆਇਆ ਤੇ ਸ਼ੌਨ ਫਰੇਜ਼ਰ ਹੋਰਾਂ ਨੇ ਜੋ ਉੱਥੇ ਕਿਹਾ ਉਹਦੇ ਤੋਂ ਕੀ ਸਮਝੀਏ ਤੇ ਕਿਹੜੀ ਚੀਜ਼ ਕਿੱਧਰ ਨੂੰ ਜਾਂਦੀ ਹੈ, ਸਾਰੀਆਂ ਗੱਲਾਂ ਬਾਤਾਂ ਕਰਨ ਲਈ ਐਕਮੇ ਵੀਜ਼ਾ ਸੋਲਿਊਸ਼ਨ ਤੋਂ ਡਾਕਟਰ ਸੰਦੀਪ ਜੈਨ ਹੋਰੀ ਆਪਣੇ ਨਾਲ ਨੇ। ਸਵਾਗਤ ਕਰਦੇ ਹਾਂ ਜੈਨ ਸਾਹਿਬ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੈਨ ਸਾਹਿਬ, ਗੱਲ ਇਹ ਆ ਕਿ ਵੀ ਬੜੀ ਦੇਰ ਤੋਂ ਉਡੀਕਿਆ ਜਾ ਰਿਹਾ ਸੀ, ਕਿਉਂਕਿ ਜੇ ਮੈਂ ਗਲਤ ਨਹੀਂ ਤੇ ਸ਼ਾਇਦ ਨਵੰਬਰ ਤੋਂ ਹੀ ਹੌਲੀ ਸੀ ਵੀ ਕੁਝ ਪਤਾ ਲੱਗੇ ਤੇ ਪਤਾ ਲੱਗਦਾ ਹੁਣ ਫਰਵਰੀ 2022 ਆ ਗਈ। ਤੇ ਕੀ ਦੱਸਦੇ ਫਿਰ ਮਿਨਿਸਟਰ ਸਾਹਿਬ? ਸਰ, ਅੱਜ ਵੈਲੈਂਟਾਈਨ ਵਾਲੇ ਦਿਨ 14 ਫਰਵਰੀ ਨੂੰ ਅੱਜ ਮਿਨਿਸਟਰ ਨੇ ਅਨਾਉਂਸ ਕਰਨਾ ਸੀ ਕਿ ਉਹਨਾਂ ਦੇ ਅਗਲੇ ਆਉਣ ਵਾਲੇ 3 ਸਾਲਾਂ ਦੇ ਵਿੱਚ ਟਾਰਗੇਟ ਕੀ ਹੋਣਗੇ। ਇਸੇ ਤਰ੍ਹਾਂ ਹੀ ਪਿਛਲੇ ਸਾਲ ਦੇ ਟਾਰਗੇਟ 4,01,000 ਐਪਲੀਕੇਸ਼ਨ ਦਾ ਟਾਰਗੇਟ ਸੀ, ਜਿਹੜਾ ਕਿ ਉਹਨਾਂ ਨੇ ਐਕਸੀਡ ਕੀਤਾ ਸੀ। 4,05,000 ਬੰਦੇ ਨੂੰ PR ਦਿੱਤੀ ਸੀ ਜੀ। ਅੱਜ ਸਰਕਾਰ ਨੇ 4,11,000 ਦਾ ਟਾਰਗੇਟ ਸੀ 2022 ਦਾ, ਉਹਨੂੰ ਵਧਾ ਕੇ ਇਹਨਾਂ ਨੇ 4,32,000 ਕਰ ਦਿੱਤਾ ਹੈ। ਸੋ ਕਹਿਣ ਦਾ ਮਤਲਬ ਕੀ ਹੈ ਕਿ 21,000 ਐਪਲੀਕੇਸ਼ਨਸ ਜਿਹੜੀਆਂ ਨੇ ਅੰਡਰ ਦਾ ਡਿਫਰੈਂਟ ਪ੍ਰੋਗਰਾਮਸ ਉਹ ਪੱਕੀਆਂ ਹੋਣਗੇ। 21,000 ਬੰਦੇ ਹੋਰ ਪੱਕੇ ਹੋਣਗੇ ਇਸ ਸਾਲ ਦੇ ਵਿੱਚ, 2022 ਦੇ ਵਿੱਚ। 2022 ਦੇ ਵਿੱਚ, ਹਾਂਜੀ ਜੀ। ਤੇ ਇਹ ਵਧਾਉਣ ਪਿੱਛੇ ਕਾਰਨ ਕੋਈ ਖਾਸ ਤੁਹਾਡੀ ਸਮਝ ਆਇਆ ਹੋਵੇ? ਸਰ, ਬੇਸਿਕਲੀ ਕੀ ਹੈ ਕਿ ਜਦੋਂ ਅੱਜ ਤੋਂ ਆਪਾਂ 2015 ਦੇ ਵਿੱਚ ਦੇਖੀਏ, ਜਦੋਂ ਆਪਣੀ ਪੁਰਾਣੀ ਸਰਕਾਰ ਸੀ, ਸਟੀਫਨ ਹਾਰਪਰ ਦੀ ਸਰਕਾਰ ਸੀ, ਤਕਰੀਬਨ 2.5 ਲੱਖ ਦੇ ਕਰੀਬ ਜਿਹੜੇ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਲੋਕ ਪੱਕੇ ਹੁੰਦੇ ਸੀ। ਕੈਨੇਡਾ ਦੀ ਜਿਹੜੀ ਇੱਕ ਬਹੁਤ ਲੰਬੀ ਪ੍ਰੋਬਲਮ ਹੈ ਕਿ ਇੱਥੇ ਜਿਹੜੇ ਇਹਨਾਂ ਦੀ ਨੈਚੁਰਲ ਜਿਹੜਾ ਵਾਧਾ ਹੈਗਾ ਪਾਪੂਲੇਸ਼ਨ ਦੇ ਵਿੱਚ ਉਹ ਨਹੀਂ ਹੋ ਰਿਹਾ। ਇਹ ਮੁਲਕ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਨਿਰਧਾਰਿਤ ਹੈ ਇਮੀਗ੍ਰੈਂਟਸ ਦੇ ਉੱਪਰ। ਸੋ ਇਹਨਾਂ ਨੇ ਹੁਣ ਟੀਚਾ ਆਮ ਕੀ ਸੀ, ਪਹਿਲਾਂ 1% ਤੋਂ ਥੱਲੇ ਸੀ ਕੈਨੇਡਾ ਦੀ ਟੋਟਲ ਪਾਪੂਲੇਸ਼ਨ ਦਾ। ਇਹਨਾਂ ਨੂੰ ਹੁਣ ਇਹ ਲੱਗ ਰਿਹਾ ਕਿ ਜੇਕਰ ਕੈਨੇਡੀਅਨਸ, ਜੇਕਰ ਅਸੀਂ ਨਵੇਂ ਜਿਹੜੇ ਨਿਊ ਇਮੀਗ੍ਰੈਂਟ ਇਸ ਮੁਲਕ ਦੇ ਵਿੱਚ ਨਹੀਂ ਆਉਣਗੇ ਤੇ ਇਸ ਮੁਲਕ ਦੀ ਤਰੱਕੀ ਜਿਹੜੀ ਹੈਗੀ ਉਹ ਇੰਪੋਸੀਬਲ ਹੈ, ਕਿਉਂਕਿ ਤਰੱਕੀ ਤਾਂ ਲੋਕਾਂ ਦੇ ਨਾਲ ਹੋਣੀ ਹੈ। ਸੋ ਇਹਨਾਂ ਨੇ ਹੁਣ ਵਧਾ ਕੇ 1.14 ਦੇ ਕਰੀਬ 1.15% ਆਫ ਦਾ ਟੋਟਲ ਪਾਪੂਲੇਸ਼ਨ ਆਫ ਦਾ ਕੰਟਰੀ ਇਹਨਾਂ ਨੇ ਇਮੀਗ੍ਰੇਸ਼ਨ ਦੇ ਟਾਰਗੇਟਸ ਨੇ ਜੀ ਇਸ ਵੇਲੇ ਜੀ। ਤੋ ਜਿਹੜੀ ਕਿ ਇੱਕ ਬਹੁਤ ਵੱਡੀ ਗੱਲ ਹੈ। ਔਰ ਇਸੇ ਕਰਕੇ ਜਿਵੇਂ ਪਹਿਲਾਂ ਆਪਾਂ ਬੜਾ ਇੱਕ ਚਰਚਾ ਦੇ ਵਿੱਚ ਸੀ ਪਿਛਲੇ ਸਾਲ ਕਿ 1.2 ਮਿਲੀਅਨ ਪੀਪਲ ਜਿਹੜੇ ਹੈਗੇ ਆ ਉਹ ਪੱਕੇ ਹੋਣਗੇ। ਹੁਣ ਉਸ ਚੀਜ਼ ਨੂੰ ਵਧਾ ਕੇ ਇਹਨਾਂ ਨੇ ਹੋਰ ਵਧਾਇਆ ਹੈਗਾ। ਤਕਰੀਬਨ ਹੁਣ ਅਗਲੇ 3 ਸਾਲਾਂ ਦੇ ਵਿੱਚ 1.3 ਮਿਲੀਅਨ ਜਿਹੜੇ ਨੇ, 13 ਲੱਖ ਲੋਕ ਜਿਹੜੇ ਨੇ ਉਹ ਪੱਕੇ ਹੋ ਸਕਦੇ ਨੇ। 2024 ਦੇ ਵਿੱਚ ਪਹਿਲੀ ਵਾਰੀ ਇਹਨਾਂ ਨੇ 4.5 ਲੱਖ ਤੋਂ ਵੱਧ 4,51,000 ਬੰਦੇ ਜਿਹੜੇ ਹੈਗੇ ਆ ਉਹ 'ਚ ਪੱਕੇ ਹੋਣਗੇ ਜੀ। ਯਾਨੀ ਕਿ 2022, 2023 ਤੇ 2024 ਤੱਕ, ਹਾਂਜੀ, 3 ਸਾਲਾਂ ਦੇ ਲਈ ਉਹਨਾਂ ਨੇ ਆਪਣਾ ਟਾਰਗੇਟ ਦੱਸਿਆ, ਜਿਹੜਾ ਕਿ ਮਤਲਬ ਸਾਰਾ ਹੀ 4.25 ਲੱਖ ਤੋਂ 4.5 ਲੱਖ ਤੱਕ ਜਾਂਦਾ। ਬਿਲਕੁਲ ਠੀਕ ਹੈ ਸਰ। ਹਾਂਜੀ। ਅੱਛਾ, ਇੱਕ ਗੱਲ ਦੱਸੋ ਜੈਨ ਸਾਹਿਬ ਕਿ ਹੁਣ ਜਦੋਂ ਇਹ ਸਾਰੀ ਅਨਾਉਂਸਮੈਂਟ ਹੋ ਗਈ ਤੇ ਫਿਰ ਇਹਦੇ 'ਚ ਫਾਇਦਾ ਨੁਕਸਾਨ ਵੀ ਹਰੇਕ ਬੰਦਾ ਆਪਣੇ ਹਿਸਾਬ ਨਾਲ ਵੇਂਦਾ ਵੀ ਕਿਹਨੂੰ ਇਹਦੇ 'ਚ ਫਾਇਦਾ ਕਿਹਨੂੰ ਨੁਕਸਾਨ, ਕਿਉਂਕਿ ਉਹਨਾਂ ਨੇ ਸ਼ਾਇਦ ਕੁਝ ਕੈਟੇਗਰਾਈਜ਼ ਵੀ ਕੀਤਾ ਕਿ ਇਹਨੂੰ ਆਪਾਂ ਥੋੜ੍ਹਾ ਰੋਕਾਂਗੇ, ਇਹਨੂੰ ਥੋੜ੍ਹਾ ਜਿਹਾ ਅੱਗੇ ਤੋਰਾਂਗੇ। ਉਹ ਕੀ ਹੈ ਸਰ? ਬੇਸਿਕਲੀ ਕੀ ਹੈ ਕਿ ਜਿਹੜੀ ਇਮੀਗ੍ਰੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਪਿਛਲੇ ਸਾਲ ਜਿਹੜੀ ਆਪਣਾ 2021 ਦੇ ਵਿੱਚ, ਕਿਉਂਕਿ ਬਾਹਰੋਂ ਬੰਦੇ ਆ ਨਹੀਂ ਸੀ ਸਕਦੇ, ਸਭ ਤੋਂ ਜ਼ਿਆਦਾ ਇਹਨਾਂ ਨੇ ਜਿਹੜਾ ਵਾਧਾ ਕੀਤਾ ਇਕਨੋਮਿਕ ਕਲਾਸ ਦੇ ਵਿੱਚ। ਸਭ ਤੋਂ ਜ਼ਿਆਦੀਆਂ ਇਕਨੋਮਿਕ ਕਲਾਸ ਦੇ ਵਿੱਚ ਕਿਹੜੀਆਂ ਕੈਟਾਗਰੀਜ਼ ਆਉਂਦੀਆਂ ਨੇ ਜੀ? ਜਿਹੜੀਆਂ ਆਪਾਂ ਐਕਸਪ੍ਰੈਸ ਐਂਟਰੀ ਹੋ ਗਈ, ਠੀਕ ਹੈ ਜੀ, ਉਹਦੇ ਵਿੱਚ ਜਿਹੜੀਆਂ ਅੱਗੋਂ ਉਹਦੇ ਡਿਫਰੈਂਟ ਪ੍ਰੋਗਰਾਮ ਨੇ। ਫੈਡਰਲ ਸਕਿਲਡ ਵਰਕਰ ਜਿਹੜੇ ਬਾਹਰੋਂ ਇੱਥੇ ਆਉਂਦੇ ਨੇ, ਜਾਂ ਜਿਹੜੇ ਕੈਨੇਡਾ ਦੇ ਵਿੱਚ ਕੰਮ ਕਰਦੇ ਹੋਏ ਸਕਿਲਡ ਲੇਬਰ ਹੈ, ਜਿਹਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਕਹਿੰਦੇ ਆ, ਉਹ ਵਾਲੀ ਕੈਟਾਗਰੀ, ਜਾਂ ਜਿਹੜੇ ਟ੍ਰੇਡ ਪ੍ਰੋਗਰਾਮ ਤੇ ਜਾਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ, ਇਹ ਜਿਹੜੀਆਂ ਸਾਰੀਆਂ ਕੈਟਾਗਰੀ ਨੇ ਐਕਸਪ੍ਰੈਸ ਐਂਟਰੀ ਦੀਆਂ, ਇਸ ਕੈਟਾਗਰੀ ਦੇ ਵਿੱਚ ਸਭ ਤੋਂ ਜ਼ਿਆਦਾ ਬੰਦੇ ਆਏ ਸੀ। 2020 ਦੇ ਵਿੱਚ ਇਹਨਾਂ ਦੇ ਇਮੀਗ੍ਰੇਸ਼ਨ ਟਾਰਗੇਟ ਪੂਰੇ ਨਹੀਂ ਸੀ ਹੋਏ ਕੋਵਿਡ ਦੇ ਜਦੋਂ ਸ਼ੁਰੂ ਹੋਇਆ ਜੀ। ਪਿਛਲੇ ਸਾਲ ਸਭ ਤੋਂ ਜ਼ਿਆਦਾ ਇਸ ਕੈਟਾਗਰੀ ਦੇ ਵਿੱਚ ਬੰਦੇ ਆ ਸਕੇ ਨੇ। ਹੁਣ ਇਸ ਤੋਂ ਬਾਅਦ ਕੀ ਹੈ ਕਿ ਇਸ ਵੇਲੇ ਸਰਕਾਰ ਨੇ ਕੀ ਕਿਹਾ ਕਿ ਇਹਨਾਂ ਕੋਲ ਪੂਲ ਦੇ ਵਿੱਚ ਨੰਬਰ ਆਫ ਐਪਲੀਕੇਸ਼ਨਸ ਬਹੁਤ ਜ਼ਿਆਦੀਆਂ ਨੇ। ਫੈਡਰਲ ਸਕਿਲਡ ਵਰਕਰ ਕੈਟਾਗਰੀ, ਜਿਹਦੇ ਵਿੱਚੋਂ ਪਹਿਲਾਂ ਬਾਹਰਲੇ ਕੰਟਰੀਆਂ ਤੋਂ ਲੋਕ ਸਕਿਲਡ ਇਮੀਗ੍ਰੈਂਟ ਇੱਥੇ ਪੁਆਇੰਟ ਸਿਸਟਮ ਦੇ ਉੱਪਰ ਜਿਹੜੇ ਆਉਂਦੇ ਨੇ ਜੀ, ਉਹ ਐਪਲੀਕੇਸ਼ਨ ਆਲਰੇਡੀ ਪੂਲ ਦੇ ਵਿੱਚ ਬਹੁਤ ਜ਼ਿਆਦਾ, ਜਿਹੜੀ ਕਿ ਐਪਲੀਕੇਸ਼ਨ ਦੇ ਵਿੱਚ ਡਿਸੀਜ਼ਨ ਨਹੀਂ ਲਿੱਤੇ ਗਏ। ਉਹਦੇ ਕਰਕੇ ਉਹ ਵਾਲੀਆਂ ਜਿਹੜੀਆਂ ਕੈਟਾਗਰੀ ਜਿਹੜੀ ਹੈਗੀ ਹੈ, ਇਹਨਾਂ ਕੋਲ ਫਾਈਲਾਂ ਹੋਣ ਦੇ ਕਰਕੇ ਉਹਦੇ ਵਿੱਚ ਇਹਨਾਂ ਨੇ ਤਕਰੀਬਨ ਇਹ ਕਿਹਾ ਕਿ 50% ਦਾ ਘਾਟਾ ਹੋਏਗਾ।
ਉਹ ਜਿਹੜੀਆਂ ਐਪਲੀਕੇਸ਼ਨ ਨੇ ਐਕਸਪ੍ਰੈਸ ਐਂਟਰੀ ਦੀਆਂ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਐਪਲੀਕੇਸ਼ਨਸ ਨੂੰ ਇਹ ਸਿਗਨੀਫਿਕੈਂਟਲੀ ਇਹਨਾਂ ਦਾ ਨੰਬਰ ਇਸ ਸਾਲ ਦੇ ਵਿੱਚ ਰਿਡਿਊਸ ਕਰਨਗੇ। ਇਹਨਾਂ ਨੇ ਇਹ ਕਿਹਾ ਕਿ ਜਿਹੜਾ ਉਹਦਾ ਨੋਰਮਲ ਟਾਰਗੇਟ ਹੈ ਜਿਹੜਾ ਸਾਡਾ ਤਕਰੀਬਨ 1,10,000 ਦੀ ਕਰੀਬ ਜਿਹੜੀਆਂ ਐਪਲੀਕੇਸ਼ਨਸ ਨੇ ਉਹ ਅਸੀਂ ਐਪਲੀਕੇਸ਼ਨਸ ਅੰਡਰ ਦਿਸ ਪ੍ਰੋਗਰਾਮ ਉਹ 2024 ਦੇ ਵਿੱਚ ਲੈ ਕੇ ਜਾਵਾਂਗੇ ਜੀ। ਸਭ ਤੋਂ ਇੰਪੋਰਟੈਂਟ ਜਿਹੜੀ ਇਹਦੇ ਵਿੱਚ ਗੱਲ ਕੀ ਹੈ ਕਿ ਫਾਇਦਾ ਕਿਹਨੂੰ ਹੋਏਗਾ। ਜਿਹੜੀਆਂ ਕੈਟਾਗਰੀਜ਼ ਬੇਸਿਕਲੀ ਇਹਨਾਂ ਨੇ ਜਿਹੜੀ ਤਰਜੀਹ ਦਿੱਤੀ ਹੈ ਉਹ ਤਰਜੀਹ ਦੇ ਰਹੇ ਨੇ ਇਹ ਆਪਣੀਆਂ ਪ੍ਰੋਵਿੰਸ਼ੀਅਲ ਨੋਮੀਨੇਸ਼ਨਸ ਕੈਟਾਗਰੀ ਨੂੰ। ਉਹਦੇ ਵਿੱਚ ਇਹਨਾਂ ਨੇ ਤਕਰੀਬਨ 83,000 ਐਪਲੀਕੇਸ਼ਨਸ ਨੂੰ ਪੱਕਿਆਂ ਕਰਨ ਦੀ ਗੱਲ ਕੀਤੀ ਹੈ। ਕਹਿਣ ਦਾ ਮਤਲਬ ਕੀ ਹੈ ਕਿ ਅੰਡਰ ਦਾ ਫੈਡਰਲ ਪ੍ਰੋਵਿੰਸ਼ੀਅਲ ਐਗਰੀਮੈਂਟ ਜਿਹੜੀਆਂ ਵੀ ਡਿਫਰੈਂਟ ਆਪਣੀਆਂ ਪ੍ਰੋਵਿੰਸਸ ਨੇ, ਇੱਥੇ 10 ਪ੍ਰੋਵਿੰਸਸ ਨੇ, ਆਪਣੀਆਂ 3 ਯੂਨੀਅਨ ਟੈਰੀਟਰੀ ਨੇ, ਜਿਹੜੀਆਂ ਇਹ ਵਾਲੀਆਂ ਪ੍ਰੋਵਿੰਸਸ ਨੇ ਇਹਨਾਂ ਸਾਰਿਆਂ ਦਾ ਇੱਕ ਵੱਖਰਾ ਪ੍ਰੋਗਰਾਮ ਹੈ। ਉਹ ਪ੍ਰੋਗਰਾਮ ਕੀ ਹੁੰਦਾ ਕਿ ਆਪਾਂ ਪ੍ਰੋਵਿੰਸ ਦੀ ਜ਼ਰੂਰਤ ਦੇ ਮੁਤਾਬਕ ਕਿ ਉਹ ਕਿਹੜੇ ਬੰਦੇ ਪੱਕਾ ਕਰਵਾਉਣਾ ਚਾਹੁੰਦੇ ਨੇ, ਕਿਹੜੇ ਬੰਦਿਆਂ ਦੀ ਘਾਟ ਹੈ, ਉਸ ਹਿਸਾਬ ਦੇ ਨਾਲ ਉਹ ਬੰਦੇ ਪੱਕੇ ਕਰਵਾਏ ਜਾ ਸਕਦੇ ਨੇ। ਉਹ ਵਾਲੀ ਕੈਟਾਗਰੀ ਦੇ ਵਿੱਚ ਇਹਨਾਂ ਨੇ ਸਪੈਸ਼ਲ ਤੌਰ ਦੇ ਉੱਪਰ ਇਹਨਾਂ ਨੇ ਵਾਧਾ ਕੀਤਾ ਹੈਗਾ ਜੀ। ਨਹੀਂ, ਉਹਦੇ ਲਈ ਜਿਹੜੀ ਤੁਸੀਂ ਇੱਕ ਗੱਲ ਕਲੀਅਰ ਕਰ ਰਹੇ ਸੀ ਵੀ ਜਿਹੜੇ ਬਾਹਰੋਂ ਬੰਦੇ ਆਉਣੇ ਆ ਉਹਨਾਂ ਦੇ ਲਈ ਉਹ ਕਹਿੰਦੇ ਫਾਈਲਾਂ 'ਚ ਥੋੜ੍ਹੀਆਂ ਜਿਹੀ ਰੋਕ ਲਓ, ਪਰ ਜੇ ਕੋਈ ਪ੍ਰੋਵਿੰਸ ਨੂੰ ਕਿਸੇ ਬੰਦੇ ਦੀ ਲੋੜ ਆ ਤਾਂ ਆਪਾਂ ਉਹਨਾਂ ਕੈਟਾਗਰੀਜ਼ ਨੂੰ ਵਧਾ ਦਿੰਦੇ। ਉਹ ਬੰਦੇ ਵਿਦਨ ਕੈਨੇਡਾ ਵਾਲਿਆਂ ਨੂੰ ਪਹਿਲਾਂ ਜਾਂ ਉਹਦੇ 'ਚ ਵੀ ਜੇ ਕੋਈ PNP 'ਚ ਬਾਹਰੋਂ ਅਪਲਾਈ ਕਰਦਾ ਉਹਦੀ ਗੱਲ PNP ਤੋਂ ਕੋਈ ਬੰਦਾ ਬਾਹਰੋਂ ਅਪਲਾਈ ਕਰਦਾ ਉਹਨੂੰ ਵੀ ਪਹਿਲ ਹੈ। ਸੋ ਕਹਿਣ ਦਾ ਮਤਲਬ ਕੀ ਹੈ ਕਿ ਜਿਹੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਬੰਦੇ ਬਾਹਰੋਂ ਆਉਂਦੇ ਸੀ, ਮੈਂ ਕਿ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਉਹ ਪ੍ਰੋਗਰਾਮ ਦੁਬਾਰਾ ਤੋਂ ਖੁੱਲ੍ਹੇਗਾ ਜ਼ਰੂਰ। ਫੈਡਰਲ ਸਕਿੱਲਡ ਵਰਕਰ ਪ੍ਰੋਗਰਾਮ ਜਿਹੜਾ ਹੈਗਾ ਲੇਟਰ ਅਰਲੀ ਸਮਰ ਜਾਂ ਲੇਟ ਸਪਰਿੰਗ ਦੇ ਵਿੱਚ ਉਹ ਪ੍ਰੋਗਰਾਮ ਖੁੱਲ੍ਹੇਗਾ ਜ਼ਰੂਰ, ਬਟ ਉਹਦੇ ਵਿੱਚ ਜਿਹੜਾ ਪੁਆਇੰਟ ਸਕੋਰ ਹੈ ਉਹ ਕਾਫੀ ਜ਼ਿਆਦਾ ਹਾਈ ਹੋਣ ਦੀ ਸੰਭਾਵਨਾ ਹੈ। ਉਹਦਾ ਜਿਹੜਾ ਬੈਂਚਮਾਰਕ ਹੈ ਮੈਨੂੰ ਇਹ ਲੱਗਦਾ ਹੈ ਕਿ ਉਹ 500 ਪੁਆਇੰਟਸ ਦੇ ਆਸ-ਪਾਸ ਹੋਏਗਾ, ਜਿਹੜਾ ਕਿ ਕਿਸੇ ਟਾਈਮ ਦੇ ਉੱਪਰ 415 417 ਤੱਕ ਵੀ ਕੈਟਾਗਰੀ, ਕਿਉਂਕਿ ਉਹ ਕਾਫੀ ਉੱਚੇ ਜਾਣ ਦੀ ਸੰਭਾਵਨਾ। ਫਿਰ ਸੈਕੰਡਲੀ ਕੀ ਹੈ, ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀਆਂ ਇਹਨਾਂ ਦੇ ਕੋਲ ਕਾਫੀ ਫਾਈਲਾਂ ਇਹਨਾਂ ਕੋਲ ਪਈਆਂ ਹੋਈਆਂ ਨੇ ਆਲਰੇਡੀ। ਗਵਰਨਮੈਂਟ ਨੇ, ਤੁਹਾਨੂੰ ਯਾਦ ਹੋਣਾ ਹੈ ਜੀ ਕਿ ਮਈ ਦੇ ਵਿੱਚ ਇਹਨਾਂ ਨੇ ਇੱਕ TR to PR ਪ੍ਰੋਗਰਾਮ ਉਲੀਕਿਆ ਸੀ ਜੀ। ਉਹਦੇ ਵਿੱਚ ਕਾਫੀ ਲੰਬੀ ਚੌੜੀ ਐਪਲੀਕੇਸ਼ਨ ਹੈ ਜਿਹੜੀ ਪਈ ਹੋਈ ਇਹਨਾਂ ਕੋਲ, ਜਿਹਦੇ ਵਿੱਚ ਡਿਸੀਜ਼ਨਸ ਨਹੀਂ ਹਲੇ ਤੱਕ ਹੋ ਸਕੇ। ਸਾਡੇ ਕੋਲ ਰੋਜ਼ ਕੁਐਰੀਜ਼ ਆਉਂਦੀਆਂ ਨੇ ਕਿ ਜੇ ਅਸੀਂ ਫਾਈਲ ਮਈ ਦੇ ਵਿੱਚ ਪਾਈ ਸੀ, ਗਵਰਨਮੈਂਟ ਨੇ ਇਹਦਾ ਜਲਦੀ ਡਿਸੀਜ਼ਨ ਦੇਣਾ ਸੀ ਸਾਨੂੰ। ਕੁਝ ਬੰਦਿਆਂ ਦੀ ਤਾਂ 15 ਦਿਨ ਦੇ ਵਿੱਚ PR ਆ ਗਈ ਸੀਗੀ ਜੀ, ਪਰ ਹਲੇ ਤੱਕ ਬਹੁਤ ਲੰਬਾ ਨੰਬਰ ਹੈ ਕਿ ਜਿਹੜੀਆਂ ਐਪਲੀਕੇਸ਼ਨ ਪ੍ਰੋਸੈਸਿੰਗ ਦੇ ਵਿੱਚ ਇਹਨਾਂ ਕੋਲ ਪੈਂਡਿੰਗ ਨੇ, ਕਿਉਂਕਿ ਉਹ ਜਿਹੜੀਆਂ ਫਾਈਲਾਂ ਪ੍ਰੋਸੈਸਿੰਗ ਨੇ ਉਹ ਵੀ ਇਸ ਸਾਲ PR ਦੇ ਵਿੱਚ ਇਸ ਕੋਟੇ ਦੇ ਵਿੱਚ ਆ ਜਾਣੀਆਂ ਹੈਗੀਆਂ। ਬਿਲਕੁਲ ਸਹੀ। ਸੋ ਇਸ ਕਰਕੇ ਕਹਿਣ ਦਾ ਮਤਲਬ ਕੀ ਹੈ ਕਿ ਵੀ ਜਿਹੜੀਆਂ ਪਿਛਲੇ ਸਾਲ ਦੀਆਂ ਜ਼ਿਆਦੀਆਂ ਫਾਈਲਾਂ ਵਿਦਨ ਕੈਨੇਡਾ ਇਹਨਾਂ ਨੇ ਚੱਕੀਆਂ ਸੀ ਉਹਨਾਂ ਦੇ ਡਿਸੀਜ਼ਨ ਇਸ ਸਾਲ ਦੇਣਗੇ। ਬਾਹਰੋਂ ਜਿਹੜੀਆਂ ਪਿਛਲੇ ਸਾਲ ਬਿਲਕੁਲ ਕੋਈ ਇਹਨਾਂ ਨੇ ਡਰਾ ਨਹੀਂ ਕੱਢਿਆ, 2021 ਬਿਲਕੁਲ ਖਾਲੀ ਸੀ, ਹੁਣ 2022 ਦੇ ਵਿੱਚ ਜਾ ਕੇ ਕਿਤੇ ਕਰਨਗੇ, ਬਟ ਪੁਆਇੰਟਸ ਸਿਸਟਮ ਜਿਹੜਾ ਹੈਗਾ ਉਹ ਬਹੁਤ ਹਾਈ ਹੋਏਗਾ ਜੀ ਉਹਦੇ ਲਈ। ਬਿਲਕੁਲ ਜੀ, ਹਾਂਜੀ। ਇਹ ਬਹੁਤਾ ਕਰਕੇ ਬੈਨੀਫਿਟ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਤੁਹਾਡੇ ਹਿਸਾਬ ਨਾਲ ਹੋ ਸਕਦਾ ਉਹ ਵੀ ਥਰੂ PNP। ਦੇਖੋ ਪ੍ਰੋਗਰਾਮ ਸਾਰੇ ਕੈਨੇਡੀਅਨ, ਕੋਈ ਪ੍ਰੋਗਰਾਮ ਬੰਦ ਨਹੀਂ ਕੀਤਾ, ਪਰ ਇਹਨਾਂ ਨੇ ਕਿਹਾ ਕਿ ਅਸੀਂ ਐਕਸਪ੍ਰੈਸ ਐਂਟਰੀ ਦਾ ਜਿਹੜਾ ਕੋਟਾ ਹੈਗਾ ਇਸ ਸਾਲ ਦੇ ਲਈ 50% ਅਸੀਂ ਰਿਡਿਊਸ ਕਰਾਂਗੇ। ਬਿਲਕੁਲ ਜੀ। ਇਸ ਤੋਂ ਇਲਾਵਾ ਕੀ ਹੈ ਜੀ, ਇਹਨਾਂ ਨੇ ਜਿਹੜਾ ਕੋਟਿਆਂ ਦੀ ਜਿਹੜੀ ਸ਼ਿਫਟਿੰਗ ਕੀਤੀ ਹੈ, ਕਹਿਣ ਦਾ ਮਤਲਬ 56% ਇਹਨਾਂ ਨੇ ਇਹ ਕਿਹਾ ਕਿ ਜਿਹੜੀ ਟੋਟਲ ਇਹਨਾਂ ਦੀ ਜਿਹੜੀ ਇਹਨਾਂ ਨੇ ਐਪਲੀਕੇਸ਼ਨ ਲੈਣੀ ਹੈ ਉਹ ਐਕਸਪ੍ਰੈਸ ਐਂਟਰੀ ਦੇ ਥਰੂ, ਇਕਨੋਮਿਕ ਕਲਾਸ ਦੇ ਥਰੂ, ਜਿਹੜੇ ਵਿੱਚ ਸਾਰੀਆਂ ਕੈਟਾਗਰੀਆਂ ਆ ਜਾਂਦੀਆਂ ਨੇ, ਐਕਸਪ੍ਰੈਸ ਐਂਟਰੀ ਵੀ ਆ ਜਾਂਦੀ ਹੈ, PNP ਵੀ ਆ ਜਾਂਦੀ ਹੈ, ਬਾਕੀ ਵੀ ਕੈਟਾਗਰੀਆਂ ਆ ਜਾਂਦੀਆਂ ਨੇ, ਉਹਦੇ ਜ਼ਰੀਏ ਸਕਿਲਡ ਅਨਸਕਿਲਡ ਜਿਹੜੀਆਂ ਕੈਟਾਗਰੀਜ਼ ਨੇ 56% ਉਹਦੇ ਥਰੂ ਹੋਣਗੀਆਂ ਜੀ। 24% ਦੇ ਕਰੀਬ ਜਿਹੜੀਆਂ ਕੈਟਾਗਰੀ ਨੇ ਜਿਹੜੀਆਂ ਕਿ ਫੈਮਿਲੀ ਕਲਾਸ ਦੀਆਂ ਐਪਲੀਕੇਸ਼ਨ ਨੇ, ਜਿਹਦੇ ਵਿੱਚ ਸਪਾਊਸਲ ਸਪਾਂਸਰਸ਼ਿਪ ਜਾਂ ਪੈਰੈਂਟਲ ਸਪਾਂਸਰਸ਼ਿਪ ਆ ਜਾਂਦੀ ਹੈ, ਉਹ ਕੈਟਾਗਰੀਜ਼ ਹੋਣਗੀਆਂ। ਬਾਕੀ ਕੈਟਾਗਰੀਆਂ ਹੋਰ ਕਈ ਸਾਰੀਆਂ। ਸਭ ਤੋਂ ਵੱਡੀ ਜਿਹੜੀ ਸੱਟ ਹੈ ਜਿਹੜੀਆਂ ਬਾਹਰੋਂ ਐਪਲੀਕੇਸ਼ਨਸ ਦਾ ਇਹਨਾਂ ਨੇ ਘੱਟ ਚੀਜ਼ਾਂ ਕੀਤੀਆਂ ਨੇ, ਉਹਦਾ ਮੇਨ ਕਾਰਨ ਹੈ ਜੀ ਕਿ ਗਵਰਨਮੈਂਟ, ਕੈਨੇਡੀਅਨ ਗਵਰਨਮੈਂਟ ਆਪਣੇ ਆਪ ਨੂੰ ਹਿਊਮਨਟੇਰੀਅਨ ਗਰਾਊਂਡਸ ਦੇ ਉੱਪਰ ਆਪਣੇ ਆਪ ਨੂੰ ਦਿਖਾਣਾ ਵਰਡ ਨੂੰ ਚਾਹੁੰਦੀ ਹੈ ਕਿ ਜੀ ਅਸੀਂ ਹਿਊਮਨਟੇਰੀਅਨਸ ਦੇ ਪੈਰੀ ਹਾਂ, ਆਗੂ ਹਾਂ। ਹਿਊਮਨਟੇਰੀਅਨ ਰਾਈਟਸ ਦੇ ਲਈ ਇਹਨਾਂ ਨੇ ਅਫਗਾਨਿਸਤਾਨ ਤੋਂ 40,000 ਐਪਲੀਕੇਸ਼ਨਸ ਜਿਹੜੀਆਂ ਨੇ ਉਹ ਬੰਦੇ ਇਹਨਾਂ ਨੇ ਪੱਕੇ ਕਰਨੇ ਆ। ਸੋ ਉਹ ਵੀ ਉਸ ਕੋਟੇ ਦੇ ਵਿੱਚ ਆ ਗਿਆ, ਕੋਈ ਸੈਪਰੇਟ ਕੋਟਾ ਨਹੀਂ ਹੈ। ਉਹ 4,32,000 ਐਪਲੀਕੇਸ਼ਨ ਦੇ ਵਿੱਚ 40,000 ਐਪਲੀਕੇਸ਼ਨ ਉਹ ਵੀ ਹੈ। ਇਸ ਕਰਕੇ ਜਿਹੜੀਆਂ ਬਾਕੀ ਕੈਟਾਗਰੀਆਂ ਨੇ ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਉਹਨਾਂ ਨੂੰ ਸੱਟ ਵੱਜੀ ਹੈ ਜੀ। ਬਿਲਕੁਲ ਸਹੀ। ਤੁਸੀਂ ਆਏ ਜੈਨ ਸਾਹਿਬ ਤੇ ਡਿਟੇਲ ਦੇ ਵਿੱਚ ਸਾਰਾ ਕੁਝ ਸਮਝਾਇਆ, ਤੁਹਾਡਾ ਬੜਾ ਧੰਨਵਾਦ ਜੀ। ਥੈਂਕ ਯੂ ਜੀ। ਸੋ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਜਿਵੇਂ ਜੈਨ ਸਾਹਿਬ ਨੇ ਦੱਸਿਆ ਕਿ ਵੀ ਥੋੜ੍ਹੀ ਬਹੁਤ ਚੇਂਜ ਹੈ, ਬਾਕੀ ਦਿਲ ਛੱਡਣ ਦੀ ਲੋੜ ਨਹੀਂ ਆ। ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਗਰਾਮ ਚੱਲਦੇ ਰਹਿਣਗੇ। ਬਾਕੀ ਤੁਸੀਂ ਇਹ ਸਾਰੇ ਕੁਝ ਦੇ ਬਾਰੇ 'ਚ ਹੋਰ ਕੋਈ ਡਿਟੇਲ ਲੈਣੀ ਚਾਹੋ
ਤਾਂ ਤੁਸੀਂ ਐਕਮੇ ਵੀਜ਼ਾ ਨਾਲ ਸੰਪਰਕ ਕਰ ਸਕਦੇ ਹੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।